ਡੀਅਰ ਸਟੂਡੈਂਟਸ 8ਵੀਂ ਕਲਾਸ ਦੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਸਾਰਿਆਂ ਦਾ ਸਵਾਗਤ ਹੈ। ਤੇ ਵਿਦਿਆਰਥੀਓ, ਅੱਜ ਅਸੀਂ ਮਾਡਲ ਟੈਸਟ ਪੇਪਰ ਫਸਟ ਟਰਮ ਦੇ ਲਈ ਜੋ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਹੋਇਆ ਸੀ ਤੇ ਵਿਦਿਆਰਥੀਓ ਉਹਦਾ ਅਸੀਂ ਹੱਲ ਕਰਨ ਜਾ ਰਹੇ ਹਾਂ। ਇਸ ਵਿੱਚ ਤੁਹਾਨੂੰ 35 ਮਾਰਕਸ ਦੇ 35 ਕੁਐਸਚਨਸ ਆਉਣਗੇ। ਹਰ ਇੱਕ ਕੁਐਸਚਨ ਜੋ ਕਿ ਤੁਸੀਂ ਸਹੀ ਆਨਸਰ ਦੋਗੇ ਉਸ ਦਾ 1 ਨੰਬਰ ਹੋएगा ਤੇ ਇਹ ਪੇਪਰ ਤੁਸੀਂ 1 ਘੰਟੇ ਦੇ ਵਿੱਚ ਕਰਨਾ ਹੋਵੇਗਾ। ਸੋ ਵਿਦਿਆਰਥੀਓ, ਪਹਿਲਾ ਕੁਐਸਚਨ ਜਿਹੜਾ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ ਇਹ ਹੈ ਸੀਡ ਡਰਿਲ ਇਜ਼ ਯੂਜ਼ਡ ਫॉर ਹਾਰਵੈਸਟਿੰਗ, ਕਲੀਨਿੰਗ ਦੀ ਸੀਡ, ਸੋਇੰਗ ਐਂਡ ਵੀਡਿੰਗ। ਇਹਨਾਂ ਚਾਰ ਆਪਸ਼ਨ ਦੇ ਵਿੱਚੋਂ ਬੱਚੋ ਇੱਕ ਆਪਸ਼ਨ ਜਿਹੜੀ ਆ ਉਹ ਸਹੀ ਹੈਗੀ ਆ। ਮਤਲਬ ਕਿ ਬੀਜ ਡਰਿਲ ਲਈ ਵਰਤੀ ਜਾਂਦੀ ਹੈ ਵਾਢੀ ਲਈ, बीज ਨੂੰ ਸਾਫ਼ ਕਰਨ ਲਈ, ਬਿਜਾਈ ਲਈ ਜਾਂ ਫਿਰ ਨਦੀਨ ਲਈ। तो ਵਿਦਿਆਰਥੀਓ ਇਹਦਾ ਆਨਸਰ ਜਿਹੜਾ ਹੈਗਾ ਉਹ ਆਣਾ ਹੈ ਬਿਜਾਈ ਲਈ, ਮਤਲਬ ਕਿ ਸੋਇੰਗ ਪ੍ਰੋਸੈਸ ਲਈ। ਠੀਕ ਹੈ, ਸੋ ਪਹਿਲਾ ਕੁਐਸਚਨ ਦਾ ਆਨਸਰ ਥਰਡ ਆਪਸ਼ਨ ਹੈਗੀ ਹੈ। ਉਸ ਤੋਂ ਬਾਅਦ ਵਿਦਿਆਰਥੀਓ ਅਗਲਾ ਕੁਐਸਚਨ ਜਿਹੜਾ ਹੈ ਦੇ ਕੈਮੀਕਲ ਸਬਸਟੈਂਸਿਸ ਰਿਚ ਇਨ ਨਿਊਟ੍ਰੀਐਂਟਸ ਆਰ ਕਾਲਡ। ਇਹਨਾਂ ਨੂੰ ਕੀ ਕਹਿੰਦੇ ਨੇ ਵਿਦਿਆਰਥੀਓ? ਇਹਨਾਂ ਨੂੰ ਅਸੀਂ ਕੀ ਆਖਦੇ ਹਾਂ? ਇਹ ਬੱਚੋ ਹੁੰਦੇ ਨੇ ਫਰਟੀਲਾਈਜ਼ਰਸ, मतलब कि ਖਾਦਾਂ, मतलब कि ਪੌਸ਼ਟਿਕ ਤੱਤਾਂ ਨਾਲ ਭਰਪੂਰ ਰਸਾਇਣਿਕ ਪਦਾਰਥ ਉਹਨਾਂ ਨੂੰ ਅਸੀਂ ਕੀ ਆਖਦੇ ਹਾਂ? that are known as fertilizers। okay, ਅਗਲਾ ਵਿਦਿਆਰਥੀਓ ਕੁਐਸਚਨ ਹੈਗਾ ਦੀ ਸਪਲਾਈ ਆਫ ਵਾਟਰ ਟੂ ਕ੍ਰੌਪ ਐਟ appropriate intervals is called। ਇਹਨੂੰ ਬੱਚੋ ਕੀ ਆਖਦੇ ਹਨ? ਇਹਨੂੰ ਵਿਦਿਆਰਥੀਓ ਅਸੀਂ ਆਖਦੇ ਹਾਂ ਇਰੀਗੇਸ਼ਨ, मतलब कि ਸਿੰਚਾਈ। ਕਿ ਫਸਲਾਂ ਨੂੰ ਉਚਿਤ ਪਾਣੀ ਦੀ ਸਪਲਾਈ ਅੰਤਰਾਲ ਨੂੰ ਕੀ ਕਿਹਾ ਜਾਂਦਾ ਹੈ? ਤੇ ਵਿਦਿਆਰਥੀਓ ਦਾ ਆਨਸਰ ਹੈ ਸਿੰਚਾਈ। ਠੀਕ ਹੈ, ਇਸ ਨੂੰ ਸਿੰਚਾਈ ਆਖਦੇ ਹਨ। ਅਗਲਾ ਕੁਐਸਚਨ ਵਿਦਿਆਰਥੀਓ ਹੈਗਾ ਬੈਕਟੀਰੀਆ ਪ੍ਰੈਜ਼ੈਂਟ ਇਨ ਦੀ रूट ਨੂਡਲਸ ਆਫ ਪੀ ਪਲਾਂਟ। ਤੇ ਵਿਦਿਆਰਥੀਓ ਪੀ ਪਲਾਂਟ ਨੂੰ ਅਸੀਂ ਮਟਰ ਕਹਿੰਦੇ ਆ ਤੇ ਮਟਰ ਦੀਆਂ ਜੜ੍ਹਾਂ ਵਿੱਚ ਮੌਜੂਦ ਬੈਕਟੀਰੀਆ ਬੱਚੋ ਜਿਹੜੇ ਫਲੀਦਾਰ ਪੌਦੇ ਹੁੰਦੇ ਨੇ ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਰਾਈਜ਼ੋਬੀਅਮ ਬੈਕਟੀਰੀਆਜ਼ ਪ੍ਰੈਜ਼ੈਂਟ ਹੁੰਦੇ ਨੇ ਜੋ ਕਿ ਵਾਯੂਮੰਡਲੀ ਨਾਈਟ੍ਰੋਜਨ ਨੂੰ ਫਿਕਸ ਕਰਦੇ ਹਨ। ਤੇ ਵਿਦਿਆਰਥੀਓ ਇਹਦਾ ਆਨਸਰ ਜਿਹੜਾ ਸੀ ਆਪਸ਼ਨ ਸਹੀ ਆਨਸਰ ਹੈਗਾ ਹੈ। ਅਗਲਾ ਕੁਐਸਚਨ ਹੈ ਵਿਚ ਬੈਕਟੀਰੀਆ ਹੈਲਪਸ ਇਨ ਸੈਟਲਿੰਗ ਆਫ ਕਰਡ। ਬੱਚੋ ਕਿਹੜਾ ਬੈਕਟੀਰੀਆ ਹੈ ਦਹੀਂ ਦੇ ਨਿਪਟਾਰੇ ਵਿੱਚ ਮਦਦ ਕਰਦਾ ਹੈ? ਤੇ ਵਿਦਿਆਰਥੀਓ ਇਹ ਹੁੰਦੇ ਨੇ ਲੈਕਟੋਬੈਸਿਲਸ। ਠੀਕ ਹੈ, ਇਹ ਸਾਰੇ ਬੱਚਿਆਂ ਨੂੰ ਆਈ ਥਿੰਕ ਆਉਂਦਾ ਹੋਏਗਾ। ਬੜੇ ਇੰਪੋਰਟੈਂਟ ਕੁਐਸਚਨਸ ਹੈਗੇ ਨੇ, ਇਹਨਾਂ ਨੂੰ ਜ਼ਰੂਰ ਕਰਨਾ ਹੈ ਸਾਰੇ ਬੱਚਿਆਂ ਨੇ। ਅਗਲਾ ਬੱਚੋ 46th ਕੁਐਸਚਨ ਹੈ the process by which the amount of nitrogen remain the same in the atmosphere is known as। ਬੱਚੋ ਇਹਦਾ ਆਨਸਰ ਆਏਗਾ ਨਾਈਟ੍ਰੋਜਨ ਚੱਕਰ। ਠੀਕ ਹੈ, ਕਿ ਪ੍ਰਕਿਰਿਆ ਜਿਸ ਦੁਆਰਾ ਨਾਈਟ੍ਰੋਜਨ ਦੀ ਮਾਤਰਾ ਵਾਯੂਮੰਡਲ ਵਿੱਚ ਉਹੀ ਰਹਿੰਦੀ ਹੈ। तो विद्यार्थियों ਇਹਨੂੰ ਕਹਿੰਦੇ ਨੇ ਨਾਈਟ੍ਰੋਜਨ ਚੱਕਰ, मतलब कि ਨਾਈਟ੍ਰੋਜਨ ਸਾਈਕਲ। ਅਗਲਾ ਕੁਐਸਚਨ ਹੈ which organisms cause AIDS। ਤੇ ਵਿਦਿਆਰਥੀਓ ਏਡਸ ਇੱਕ ਵਾਇਰਸ ਬਿਮਾਰੀ ਹੈ। ਠੀਕ ਹੈ, तो ਇਹ ਵਾਇਰਸ ਦੇ ਕਾਰਨ ਹੁੰਦੀ ਹੈਗੀ ਹੈ। ਇਹ ਸਾਰੇ ਬੱਚਿਆਂ ਨੇ ਯਾਦ ਰੱਖਣਾ ਹੈ। ਅਗਲਾ ਕੁਐਸਚਨ ਬੱਚੋ ਹੈ ਮੋਸਟ ਰਿਐਕਟਿਵ ਮੈਟਲ ਇਜ਼। ਕਿਹੜੀ ਬੱਚੋ ਮੈਟਲ ਸਭ ਤੋਂ ਜ਼ਿਆਦਾ ਪ੍ਰਤੀ ਕਿਰਿਆਸ਼ੀਲ ਧਾਤ? ਮੈਟਲ ਦਾ ਮਤਲਬ ਹੁੰਦਾ ਹੈ ਧਾਤ। ਠੀਕ ਹੈ, ਸਭ ਤੋਂ ਵੱਧ ਪ੍ਰਤੀ ਕਿਰਿਆਸ਼ੀਲ ਧਾਤ ਕਿਹੜੀ ਹੈ? ਤੇ ਵਿਦਿਆਰਥੀਓ ਇਹਦੇ ਵਿੱਚ ਆਨਸਰ ਇਹਨਾਂ ਸਾਰੀਆਂ ਮੈਟਲਸ ਦੇ ਵਿੱਚੋਂ ਪੋਟਾਸ਼ੀਅਮ ਇੱਕ ਇਦਾਂ ਦੀ ਧਾਤ ਹੈ ਜਿਸ ਨੂੰ ਅਸੀਂ ਬਹੁਤ ਕਿਰਿਆਸ਼ੀਲ ਧਾਤ ਹੋਣ ਕਰਕੇ ਇਸ ਨੂੰ ਅਸੀਂ ਮਿੱਟੀ ਦੇ ਤੇਲ ਦੇ ਵਿੱਚ ਰੱਖਦੇ ਹਾਂ। ਤੇ ਵਿਦਿਆਰਥੀਓ ਪਾਣੀ ਨਾਲ ਪ੍ਰਤੀਕਿਰਿਆ ਕਰਨ ਤੋਂ ਬਾਅਦ ਇਹਦੇ ਵਿੱਚ ਹਾਈਡਰੋਜਨ ਗੈਸ ਬਣਦੀ ਹੈ ਜਿਸ ਨਾਲ ਇਸ ਨੂੰ ਅੱਗ ਲੱਗ ਜਾਂਦੀ ਹੈ। ਅਗਲਾ ਵਿਦਿਆਰਥੀਓ ਕੁਐਸਚਨ ਹੈਗਾ ਵਿਚ ਆਫ ਦਾ ਫੋਲੋਇੰਗ ਮੈਟਲ ਇਜ਼ ਦੀ ਮੋਸਟ ਡਕਟਾਈਲ। ਡਕਟਾਈਲ ਦਾ ਮਤਲਬ ਹੁੰਦਾ ਬੱਚੋ ਸਭ ਤੋਂ ਨਰਮ ਧਾਤ ਕਿਹੜੀ ਹੈ ਇਹਦੇ ਵਿੱਚੋਂ? ਤੇ ਵਿਦਿਆਰਥੀਓ ਦਾ ਆਨਸਰ ਆਏਗਾ 골ਡ। 골ਡ ਮਤਲਬ ਕਿ ਸੋਨਾ। ਠੀਕ ਹੈ, ਸੋਨਾ ਜਿਹੜੀ ਹੈ ਇਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਨਰਮ ਧਾਤ ਹੁੰਦੀ ਹੈਗੀ ਹੈ। ਅਗਲਾ ਕੁਐਸਚਨ ਹੈ ਮਟੀਰੀਅਲਸ ਹੈਵਿੰਗ ਕੁਆਲਿਟੀਜ਼ ਆਫ ਬੋਥ ਮੈਟਲਸ ਐਂਡ ਨਾਨ ਮੈਟਲਸ। ਇਹਨਾਂ ਨੂੰ ਵਿਦਿਆਰਥੀਓ ਅਸੀਂ ਮੈਟਲੋਇਡ ਆਖਦੇ ਹਾਂ। ਠੀਕ ਹੈ, ਕੀ ਆਖਦੇ ਹਾਂ? ਮੈਟਲੋਇਡ, ਜਿਨ੍ਹਾਂ ਦੇ ਵਿੱਚ ਦੋਨੋਂ ਪ੍ਰੋਪਰਟੀਜ਼ ਹੁੰਦੀਆਂ ਨੇ ਮੈਟਲਸ ਦੀਆਂ ਵੀ ਤੇ ਨਾਨ ਮੈਟਲਸ ਦੀਆਂ ਨੇ ਵੀ, ਉਹਨਾਂ ਨੂੰ ਅਸੀਂ ਕੀ ਆਖਦੇ ਹਾਂ? ਮੈਟਲੋਇਡਸ। ਓਕੇ, ਉਸ ਤੋਂ ਬਾਅਦ ਵਿਦਿਆਰਥੀਓ ਅਗਲਾ ਕੁਐਸਚਨ ਹੈਗਾ ਆਇਰਨ ਇਜ਼ ਗੈਲਵਨਾਈਜ਼ਡ ਬਾਈ ਕੋਟਿੰਗ ਇਟ ਵਿਦ। ਬੱਚੋ ਗੈਲਵਨਾਈਜ਼ ਦਾ ਮਤਲਬ ਹੈ ਜ਼ਿੰਕ ਦੀ ਕੋਟਿੰਗ। ਠੀਕ ਹੈ, ਯਾਦ ਰੱਖਣਾ ਜ਼ਿੰਕ ਦੀ ਕੋਟਿੰਗ। ਠੀਕ ਹੈ, ਜ਼ਿੰਕ ਦੀ ਧਾਤ ਦੀ ਪਰਤ ਜਿਹੜੀ ਹੈ ਅਗਰ ਕਿਸੇ ਲੋਹੇ ਦੇ ਉੱਪਰ ਅਸੀਂ ਲਗਾ ਦਿੰਦੇ ਆ ਤੇ ਵਿਦਿਆਰਥੀਓ ਇਸ ਪ੍ਰੋਸੈਸ ਨੂੰ ਅਸੀਂ ਗੈਲਵਨਾਈਜੇਸ਼ਨ ਕਹਿੰਦੇ ਆ। ਠੀਕ ਹੈ, ਕੀ ਕਹਿੰਦੇ ਆ? ਗੈਲਵਨਾਈਜੇਸ਼ਨ। ਇਹ ਯਾਦ ਰੱਖਣਾ ਸਾਰੇ ਬੱਚਿਆਂ ਨੇ। ਅਗਲਾ ਬੱਚੋ ਹੈਗਾ ਵਿਚ ਵਨ ਆਫ ਦੀ ਫੋਲੋਇੰਗ ਗੈਸਿਸ ਇਜ਼ ਯੂਜ਼ਡ ਇਨ ਕੰਬਸਸ਼ਨ। ਬੱਚੋ ਕਿਹੜੀ ਗੈਸ ਹੈਗੀ ਹੈ ਕੰਬਸਸ਼ਨ ਲਈ ਬਹੁਤ ਜ਼ਰੂਰੀ ਹੈ? ਤੇ ਬੱਚੋ ਅਸੀਂ
ਪੜਿਆ ਸੀਗਾ ਜਲਣ ਦੀਆਂ ਸ਼ਰਤਾਂ ਦੇ ਵਿੱਚ ਕਿ ਸਾਨੂੰ ਇੱਕ ਟ੍ਰਾਇੰਗਲ ਇਸ ਤਰ੍ਹਾਂ ਬਣਦੀ ਸੀ ਨਾ, ਇਹਦੇ ਵਿੱਚ ਕੀ ਹੈਗਾ, ਜਲਣਸ਼ੀਲ ਪਦਾਰਥ ਚਾਹੀਦਾ, ਉਸ ਤੋਂ ਬਾਅਦ ਪ੍ਰੋਪਰ ਆਕਸੀਜਨ ਚਾਹੀਦੀ ਹੈ, ਤੇ ਨਾਲ ਹੀ ਬੱਚੋ ਉੱਥੇ ਕੀ ਹੈਗਾ ਜਿਹੜਾ ਪ੍ਰਚਲਨ ਤਾਪਮਾਨ ਤੱਕ ਸਾਨੂੰ ਹੀਟ ਕਰਨਾ ਪੈਂਦਾ। ਤਾਂ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਕੋਈ ਵਸਤੂ ਜਿਹੜੀ ਹੈ ਉਹ ਜਲਦੀ ਹੈਗੀ ਹੈ। तो ਇਹਦਾ ਆਨਸਰ ਆਏਗਾ ਆਕਸੀਜਨ। अगला हैगा बच्चों एसिड रेन कंटेन मेनली, मतलब कि तेजाबी मीह विच आम तौर ते की शामिल हुंदा है। ते विद्यार्थियों तेजाबी मीह दे विच ज़्यादातर की है नाइट्रोजन ऑक्साइड, ठीक है, ते ऑक्साइड्स ऑफ सल्फर, यानी कि ऑक्साइड्स ऑफ सल्फर एंड नाइट्रोजन ये प्रेजेंट हुंदे ने। तो इसदा आंसर आएगा नाइट्रोजन ऑक्साइड ते सल्फर डाईऑक्साइड। ओके, उस तो बाद विद्यार्थियों नैक्सट क्वेश्चन है कैलोरीफिक वैल्यू ऑफ ए ਫਿਊਲ ਇਜ਼ ਐਕਸਪ੍ਰੈਸਡ ਇਨ, ਕਿਹਦੇ ਵਿੱਚ ਅਸੀਂ ਐਕਸਪ੍ਰੈਸ ਕਰਦੇ ਹਾਂ। ਤਾਂ ਵਿਦਿਆਰਥੀਓ ਇਹਦਾ ਆਨਸਰ ਤੁਸੀਂ ਦੱਸੋ ਕੀ ਹੋਏਗਾ। ਇਹਦਾ ਆਨਸਰ ਹੋਣਾ ਚਾਹੀਦਾ ਹੈ ਕਿਲੋ ਚਾਉਲ ਪਰ ਕਿਲੋਗ੍ਰਾਮ, ਠੀਕ ਹੈ, ਕਿਲੋ ਚਾਉਲ ਪਰ ਕਿਲੋਗ੍ਰਾਮ, मतलब कि किलो चाउल प्रति किलोग्राम इसका आंसर हैगा है कि बालन का कैलोरीफिक मान जिहड़ा है उन्होंने असीं किलो चाउल प्रति किलोग्राम विच दर्शाउने हाँ, जो कि जिस बालन का कैलोरीफिक मान ज़्यादा होएगा वो वधिया बालन मन्निया जाता है। अगला क्वेश्चन है विच जोन ऑफ ए फ्लेम डज ए गोल्ड स्मिथ यूज फॉर मेल्टिंग गोल्ड एंड सिल्वर, मतलब कि लाट का किहड़ा जोन है जो कि सुनियारे द्वारा वरतिया जाता है सोने अते चांदी नूं पिघलाउण लई। तो विद्यार्थियों तुहानूं पता है कि लाट का सब तो बाहरी भाग जिहड़ा है ये सब तो ज़्यादा गर्म हुंदा है, इस करके इनू बच्चों असी यूज़ करते हाँ, मतलब कि गोल्ड स्मिथ जिहड़े ने सुनियारे यूज़ करते हैं मैल्टिंग दी गोल्ड एंड सिल्वर। अगला क्वेश्चन है डीफॉरेस्टेशन लीड्स टू, बच्चों डीफॉरेस्टेशन नाल की हुंदा है। डीफॉरेस्टेशन का मतलब हुंदा है जंगलों की कटाई, ठीक है, जंगलों की कटाई दे नाल बच्चों तापमान विच वाधा हो रहा है, ठीक है, ते जिहड़ी ऑक्सीजन है ते कार्बन डाइऑक्साइड है वह संतुलन जिहड़ा है वो बिगड़ रहा है, तो वर्खा विच भी कमी आ रही है। तो विद्यार्थियों इसका आंसर आएगा ये सारे, ठीक है। तो जिदा जिदा जंगलों की कटाई हो रही है ये बच्चों कारण जिहड़े ने ਉਹਦੇ ਡੀਫੋਰੈਸਟੇਸ਼ਨ ਕਰਕੇ ਇਹ ਸਾਰੇ ਫੈਕਟਰ ਜਿਹੜੇ ਨੇ ਇਹ ਇਨਫਲੂਐਂਸ ਕਰ ਰਹੇ ਨੇ, ਇਸ ਕਰਕੇ ਇਹਦਾ ਆਨਸਰ ਜਿਹੜਾ ਹੈ ਉਹ ਟੀ ਆਪਸ਼ਨ ਆਣਾ ਹੈਗਾ, ਠੀਕ ਹੈ। ਮਤਲਬ ਅਸੀਂ ਕਹਿ ਸਕਦੇ ਹਾਂ ਕਿ ਡੀਫੋਰੈਸਟੇਸ਼ਨ ਦੇ ਕਰਕੇ ਤਾਪਮਾਨ ਵਿੱਚ ਵਾਧਾ ਹੁੰਦਾ ਹੈ, ਠੀਕ ਹੈ, ਕਾਰਬਨ ਡਾਈਆਕਸਾਈਡ ਤੇ ਆਕਸੀਜਨ ਦਾ ਇੰਬੈਲੈਂਸ ਹੋ ਰਿਹਾ ਹੈ, ਰੇਨਫਾਲ ਜਿਹੜਾ ਹੈਗਾ ਉਹ ਡਿਕਰੀਜ਼ ਕਰ ਰਿਹਾ ਹੈ, ਸਾਰੇ ਉਪਰੋਕਤ ਸਾਰੇ ਇਹਦਾ ਆਨਸਰ ਆਏਗਾ। अगला क्वेश्चन है एन इनक्रीज इन अमाउंट ऑफ कार्बन डाइऑक्साइड रिजल्ट इन, तो विद्यार्थियों बड़ा इंपॉर्टेंट क्वेश्चन है, ये करके ग्लोबल वार्मिंग जी है वो हो रही है, ठीक है। उस तो बाद अगला क्वेश्चन है रिमूवल ऑफ टॉप लेयर ऑफ सॉइल लीड्स टू, विद्यार्थियों का आंसर जोड़ा है वो डी आएगा जंगलों की कटाई। अगला विद्यार्थियों क्वेश्चन है सैल विच लैक न्यूक्लियर मैंब्रेन, बच्चों ये बड़ा इंपॉर्टेंट क्वेश्चन है, हर बार पेपर च आया होया हुंदा है। ये बच्चों आना है कि जिहदे विच न्यूक्लियर मैंब्रेन नहीं हुंदी, ठीक है, उन्हां नूं असीं प्रोकैरियोट सैल कहंदे आ, ठीक है। प्रोकैरियोट सैल जिहड़े ने उन्हां विच न्यूक्लियर मैंब्रेन जिहड़ी आ वो नहीं हुंदी हैगी, ठीक है। न्यूक्लियर मैंब्रेन जिहदे विच प्रेजेंट ना होवे उन्होंने असीं की कहने आ प्रोकैरियोटिक सैल्स, ठीक है। यूकैरियोटिक सैल विच वैल डिफाइंड न्यूक्लियस प्रेजेंट हुंदा है। ते प्रोकैरियोट की एग्जाम्पल भी सारे बच्चों ने याद रखनी है, ये भी बच्चों लिख लो, ये बैक्टीरिया, ठीक है, तो ब्लू ग्रीन एलगी जिहड़े ने वो प्रोकैरियोट विच आउंदे ने, की है बैक्टीरिया ते ब्लू ग्रीन एलगी, ठीक है, ये बच्चों आ जाते हैं। तो बाकी जिहड़े ने हायर बैक्टीरियास जां फिर कह लो भी एनीमल्स जिहड़े ने वो सारे की हुंदे ने यूकैरियोट्स हुंदे ने, ठीक है, याद रखियो। अगला विद्यार्थियों क्वेश्चन है जीन आर लोकेटेड इन, बच्चों जीन्स जिहड़े ने ये क्रोमोसोम्स दे विच प्रेजेंट हुंदे ने, इहदा आंसर आएगा क्रोमोसोम, ठीक है, की आंसर आएगा क्रोमोसोम। अगला क्वेश्चन है द अदर नेम ऑफ द सैल मैंब्रेन, सैल मैंब्रेन नूं बच्चे प्लाज्मा झिल्ली भी कहते हैं, मतलब कि सैल झिल्ली का दूजा नाम है प्लाज्मा झिल्ली, सारे विद्यार्थियों ने याद रखना है प्लाज्मा मैंब्रेन, ओके। उस तो बाद अगला है the animal that produce new young ones are called, विद्यार्थियों ਉਹ जानवर जो नवे बच्चे पैदा करते हैं उन्होंने की कहते हैं। तो बच्चों बच्चे देने वाले
ਜੀਵਾਂ ਨੂੰ ਅਸੀਂ ਵੀਵੀ ਪੈਰਸ ਆਖਦੇ ਹਾਂ। ਕੀ ਆਖਦੇ ਹਾਂ? ਵੀਵੀ ਪੈਰਸ। ਠੀਕ ਹੈ, ਵੀਵੀ ਪੈਰਸ ਇਹਦਾ ਆਨਸਰ ਹੈ। ਓਵੀ ਪੈਰਸ ਕਿਹੜੇ ਹੁੰਦੇ ਨੇ? ਜੋ ਅੰਡੇ ਦੇਣ ਵਾਲੇ ਹੁੰਦੇ ਨੇ, ਜੋ ਅੰਡੇ ਦਿੰਦੇ ਨੇ। ਠੀਕ ਹੈ, ਉਹਨਾਂ ਨੂੰ ਓਵੀ ਪੈਰਸ ਆਖਦੇ ਹਨ। ਅਗਲਾ ਕੁਐਸਚਨ ਹੈ ਇਨ ਹਿਊਮਨ ਦੀ ਡਿਵੈਲਪਮੈਂਟ ਆਫ ਫਰਟੀਲਾਈਜ਼ ਐਗ ਟੇਕਸ ਪਲੇਸ ਇਨ। ਮਨੁੱਖਾਂ ਵਿੱਚ ਇਹ ਹੁੰਦਾ ਯੂਟਰਸ ਵਿੱਚ, ਯਾਨੀ ਕਿ ਬੱਚੇਦਾਨੀ ਦੇ ਵਿੱਚ। ਠੀਕ ਹੈ, ਇਹਦਾ ਆਨਸਰ ਆਏਗਾ ਯੂਟਰਸ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਸ਼ੋ ਐਕਸਟਰਨਲ ਫਰਟੀਲਾਈਜੇਸ਼ਨ। ਐਕਸਟਰਨਲ ਫਰਟੀਲਾਈਜੇਸ਼ਨ ਵਿਦਿਆਰਥੀਓ ਡੱਡੂ ਦੇ ਵਿੱਚ ਹੁੰਦੀ ਹੈ। ਠੀਕ ਹੈ, ਕਿਉਂਕਿ ਡੱਡੂ ਜਿਹੜਾ ਹੈ ਉਹ ਕੀ ਹੈ? ਬਾਹਰੀ ਗਰਭ ਧਾਰਨ ਕਰਦਾ ਹੈ, ਮਤਲਬ ਕਿ ਬਾਹਰ ਅੰਡੇ ਜਿਹੜੇ ਆ ਉਹ ਦਿੰਦਾ ਹੈਗਾ। ਠੀਕ ਹੈ, ਤਾਂ ਇਹ ਹੈਗਾ ਆਨਸਰ ਇਹਦਾ ਫਰੋਗ। ਠੀਕ ਹੈ, ਬਾਕੀ ਸਾਰੇ ਜਿਹੜੇ ਨੇ ਉਹ ਅੰਦਰੂਨੀ, ਹਿਊਮਨ ਬੀਇੰਗ, ਕਾਓ, ਹੈਨ, ਇਹ ਸਾਰੇ ਜਿਹੜੇ ਨੇ ਅੰਦਰੂਨੀ ਨਿਸ਼ੇਚਨ ਕਰਦੇ ਹਨ। ਅਗਲਾ ਕੁਐਸਚਨ ਹੈ ਪ੍ਰੈਸ਼ਰ ਵਿਚ ਇਜ਼ ਕਾਜ਼ਡ ਬਾਈ ਦੀ ਏਅਰ ਅਰਾਊਂਡ ਅਸ ਇਜ਼ ਨੋਨ ਐਜ਼। ਇਹਨੂੰ ਬੱਚਿਓ ਆਖਦੇ ਹਨ ਵਾਯੂਮੰਡਲ ਦਾ ਦਬਾਅ, ਯਾਨੀ ਕਿ ਐਟਮੋਸਫੈਰਿਕ ਪ੍ਰੈਸ਼ਰ। ਵਾਯੂਮੰਡਲੀ ਦਬਾਅ ਜਿਹੜਾ ਹੈ ਉਹ ਦਬਾਅ ਕੀ ਹੁੰਦਾ ਹੈ? ਜੋ ਹਵਾ ਦੁਆਰਾ ਲਗਾਇਆ ਜਾਂਦਾ ਹੈ ਸਾਡੇ ਆਲੇ ਦੁਆਲੇ। ਠੀਕ ਹੈ, ਉਸ ਤੋਂ ਬਾਅਦ ਵਿਦਿਆਰਥੀਓ ਨੈਕਸਟ ਕੁਐਸਚਨ ਹੈ ਫੋਰਸ ਕੈਨ ਚੇਂਜ। ਫੋਰਸ ਕੀ ਕਰ ਸਕਦੀ ਹੈ ਬੱਚਿਓ? ਫੋਰਸ ਦੇ ਨਾਲ ਦੇਖੋ ਕਿਸੇ ਵੀ ਬਾਡੀ ਦੀ ਡਾਇਰੈਕਸ਼ਨ ਨੂੰ ਬਦਲਿਆ ਜਾ ਸਕਦਾ ਹੈ। ਫੋਰਸ ਨੂੰ ਕਹਿੰਦੇ ਕੀ ਆ? ਬਲ। ਬਲ ਕੀ ਹੁੰਦਾ? ਕਿਸੇ ਵਸਤੂ ਦੇ ਉੱਪਰ ਇਸ ਤਰ੍ਹਾਂ ਅਸੀਂ ਜੋ ਧੱਕ ਲਗਾਉਂਦੇ ਆ ਜਾਂ ਉਸ ਨੂੰ ਖਿੱਚਦੇ ਆ ਤੇ ਜਿਸ ਨਾਲ ਉਹਦੀ ਡਾਇਰੈਕਸ਼ਨ ਚੇਂਜ ਹੋ ਜਾਂਦੀ ਹੈ ਜਾਂ ਉਹਦੀ ਸਪੀਡ ਵੀ ਚੇਂਜ ਹੋ ਸਕਦੀ ਹੈ ਤੇ ਉਸ ਨਾਲ ਉਹਦੀ ਸ਼ੇਪ ਵੀ ਬਾਡੀ ਦੀ ਚੇਂਜ ਹੋ ਸਕਦੀ ਹੈ। ਇਸ ਕਰਕੇ ਆਨਸਰ ਆਏਗਾ ਆਲ ਆਫ ਥੀਸ, ਮਤਲਬ ਕਿ ਇਹ ਸਾਰੇ। ਓਕੇ, ਅਗਲਾ ਕੁਐਸਚਨ ਹੈ ਬੱਚੋ ਪ੍ਰੈਸ਼ਰ। ਪ੍ਰੈਸ਼ਰ ਕੀ ਹੁੰਦਾ? ਕਿਸੇ ਇਕਾਈ ਖੇਤਰਫਲ ਤੇ ਲੱਗਿਆ ਬਲ। ਠੀਕ ਹੈ, ਜਦੋਂ ਅਸੀਂ ਇਕਾਈ ਖੇਤਰਫਲ ਤੇ ਕੋਈ ਬਲ ਲਗਾਉਂਦੇ ਆ ਉਸ ਨੂੰ ਬੱਚੋ ਆਖਦੇ ਹਨ ਪ੍ਰੈਸ਼ਰ, ਯਾਨੀ ਕਿ ਫੋਰਸ ਪਰ ਯੂਨਿਟ ਏਰੀਆ। ਠੀਕ ਹੈ, ਫੋਰਸ ਪਰ ਯੂਨਿਟ ਏਰੀਆ ਯਾਨੀ ਕਿ ਬਲ ਪ੍ਰਤੀ ਖੇਤਰ ਜਿਸ ਤੇ ਇਹ ਕੰਮ ਕਰਦਾ ਹੈ ਉਸ ਨੂੰ ਅਸੀਂ ਪ੍ਰੈਸ਼ਰ ਆਖਦੇ ਹਾਂ। ਤਾਂ ਆਪਸ਼ਨ ਨੰਬਰ ਬੀ ਇਹਦਾ ਰਾਈਟ ਆਨਸਰ ਹੈਗਾ ਹੈ। ਅਗਲਾ ਵਿਦਿਆਰਥੀਓ ਕੁਐਸਚਨ ਹੈਗਾ ਵੈਨ ਟੂ ਫੋਰਸਿਸ ਐਕਟ ਇਨ ਆਪੋਜ਼ਿਟ ਡਾਇਰੈਕਸ਼ਨ। ਮਤਲਬ ਕਿ ਜਦੋਂ ਦੋ ਸ਼ਕਤੀਆਂ ਉਲਟ ਕੰਮ ਕਰਦੀਆਂ ਹਨ। ਵਿਦਿਆਰਥੀਓ ਇਹਦੇ ਵਿੱਚ ਆ ਮੰਨ ਲਓ ਆਬਜੈਕਟ ਆ ਕੋਈ। ਠੀਕ ਹੈ, ਇਸ ਆਬਜੈਕਟ ਤੇ ਇੱਕ ਫੋਰਸ ਮੈਂ ਇਸ ਸਾਈਡ ਤੋਂ ਲਗਾ ਰਿਹਾ, ਦੂਸਰੀ ਫੋਰਸ ਇਸ ਸਾਈਡ ਤੋਂ ਲਗਾ ਰਿਹਾ। ਮੰਨ ਲਓ F1 ਦੀ ਜਿਹੜਾ ਮੈਗਨੀਟਿਊਡ ਹੈਗਾ ਉਹਦਾ ਜ਼ਿਆਦਾ ਹੈ F2 ਦੇ ਨਾਲੋਂ, ਤੇ ਵਿਦਿਆਰਥੀਓ ਇੱਥੇ ਨੈਟ ਫੋਰਸ ਜਿਹੜੀ ਹੈ ਉਹ ਜਿਹਦੀ ਜ਼ਿਆਦਾ ਫੋਰਸ ਹੈ ਉਹਦੇ ਵਿੱਚੋਂ ਬਾਕੀ ਫੋਰਸ ਨੂੰ ਅਸੀਂ ਮਾਈਨਸ ਕਰਨਾ ਹੈ ਤੇ ਇੱਥੇ ਆਨਸਰ ਆਏਗਾ ਡਿਫਰੈਂਸ ਬਿਟਵੀਨ ਟੂ ਫੋਰਸਿਸ। ਠੀਕ ਹੈ, ਜਦੋਂ ਦੋ ਫੋਰਸ ਆਪੋਜ਼ਿਟ ਡਾਇਰੈਕਸ਼ਨ 'ਚ ਲੱਗਦੀਆਂ ਨੇ ਤਾਂ ਉੱਥੇ ਵਿਦਿਆਰਥੀਓ ਫਿਰ ਆਬਜੈਕਟ ਜਿਹੜੀ ਹੈ ਉਹਨਾਂ ਤੇ ਜਿਹੜੀ ਓਵਰਆਲ ਫੋਰਸ ਹੁੰਦੀ ਹੈ ਉਹ ਦੋਨਾਂ ਦਾ ਡਿਫਰੈਂਸ ਹੋਵੇਗੀ। ਅਗਲਾ ਬੱਚੋ ਕੁਐਸਚਨ ਹੈਗਾ ਸਮੂਥ ਸਰਫੇਸ ਹੈਜ਼। ਸਮੂਥ ਸਰਫੇਸ ਤੇ ਬੱਚੋ ਫ੍ਰਿਕਸ਼ਨ ਜਿਹੜੀ ਹੈ ਉਹ ਘੱਟ ਹੁੰਦੀ ਹੈ। ਸਮੂਥ ਦਾ ਮਤਲਬ ਹੁੰਦਾ ਹੈ ਨਿਰਵਿਘਨ ਸਤਹ। ਠੀਕ ਹੈ, ਤਾਂ ਉੱਥੇ ਰਗੜ ਬਲ ਜਿਹੜਾ ਉਹ ਘੱਟ ਹੁੰਦਾ ਹੈ। ਤਾਂ ਇਹਦਾ ਆਨਸਰ ਏ ਆਪਸ਼ਨ ਆਏਗਾ। ਅਗਲਾ ਹੈ ਟॉय ਕਾਰ ਇਜ਼ ਰਿਲੀਜ਼ ਵਿਦ ਦੀ ਸੇਮ ਇਨੀਸ਼ੀਅਲ ਸਪੀਡ ਵਿਲ ਟਰੈਵਲ ਫਾਰਦਰ ਔਨ। ਬੱਚੋ ਕਿਹੜੇ ਸਰਫੇਸ ਦੇ ਉੱਪਰ ਅਗਰ ਅਸੀਂ ਇੱਕ ਹੀ ਗਤੀ ਦੇ ਨਾਲ ਕਿਸੇ ਵਸਤੂ ਨੂੰ ਕਿਸੇ ਵੀ ਕਾਰ ਨੂੰ ਜਿਹੜਾ ਆ ਟॉय ਕਾਰ ਨੂੰ ਕਿਸੇ ਤਿੰਨ ਸਰਫੇਸ, ਇੱਥੇ 4 ਸਰਫੇਸ ਹੈਗੇ ਨੇ, 4 ਸਰਫੇਸ ਦੇ ਉੱਪਰ ਅਸੀਂ ਉਹਨੂੰ ਰੇੜਾਂਗੇ ਤਾਂ ਫਿਰ ਉਹ ਕਿੱਥੇ ਸਭ ਤੋਂ ਜ਼ਿਆਦਾ ਗਤੀ ਦੂਰੀ ਜਿਹੜੀ ਆ ਉਹ ਤੈਅ ਕਰੇਗੀ। ਬੱਚੇ ਕੀ ਮਡੀ ਵਾਟਰ ਵਿੱਚ, ਮਤਲਬ ਚਿੱਕੜ ਵਾਲੀ ਸਤਹ ਤੇ, ਜਾਂ ਪਾਲਿਸ਼ ਕੀਤੀ ਮਾਰਬਲ ਦੇ ਉੱਪਰ, ਜਾਂ ਸੀਮੈਂਟਡ ਸਰਫੇਸ ਤੇ, ਜਾਂ ਫਿਰ ਬ੍ਰਿਕ ਦੇ। ਤਾਂ ਬੱਚੋ ਪਾਲਿਸ਼ ਕੀਤਾ ਹੋਇਆ ਸਰਫੇਸ ਜਿਹੜਾ ਉਹਦੇ ਵਿੱਚ ਰਗੜ ਸਭ ਤੋਂ ਘੱਟ ਹੋਏਗੀ ਤਾਂ ਇੱਥੇ ਸਭ ਤੋਂ ਦੂਰੀ ਤੇ ਜਾ ਕੇ ਜਿਹੜੀ ਕਾਰ ਹੈਗੀ ਹੈ ਉਹ ट्रैवल करेगी। ठीक है, तो इतने रगड़ बल सब तो घट होएगा। सब तो ज़्यादा रगड़ बल किहड़े सरफेस तो होएगा बच्चे? मडी वाटर विच। ठीक है, तो घट स्पीड मडी वाटर च, घट दूरी मडी वाटर च, ते सब तो ज़्यादा दूरी जिहड़ी है तय करनी है पॉलिश्ड मार्बल सरफेस के उपर, मतलब पॉलिश कीते संगमरमर की सतह के उपर। 71 क्वेश्चन है विच ऑफ द फॉलोइंग इज रिस्पॉन्सिबल फॉर वीयरिंग आउट ऑफ बाईसाइकिल टायर्स। जो किस लिए जिम्मेवार है साइकिल के टायर के बाहर पहनन। मतलब कि विद्यार्थियों इत्थे असी ये दसना है कि साइकिल का जिहड़ा बाहरी सरफेस हुंदा है हौली हौली घस जाता है, वो किहदे करके हुंदा है? ये हुंदा है बच्चे फ्रिक्शनल फोर्स करके। ठीक है, रगड़ बल दे कारण। 72 क्वेश्चन है लुब्रिकेंट्स आर दी सबस्टांसिस विच। बच्चों लुब्रिकेंट की करते हैं? लुब्रिकेंट बच्चों रगड़ नूं घटाउंदे ने, मतलब कि फ्रिक्शन नूं रिड्यूस करते हैं। ठीक है, कोई एक लुब्रिकेंट का नाम दस दो। ग्रेफाइट याद रखियो बच्चों, ग्रेफाइट जिहड़ा एक लुब्रिकेंट का काम करता है। लुब्रिकेंट नूं असीं इंग्लिश पंजाबी दे विच स्नेहक भी आखदे हां। ठीक है, वो लुब्रिकेंट याद रखियो। ग्रेफाइट भी एक पेंसिल का सिक्का भी एक लुब्रिकेंट का ही काम करता है। बाकी ऑयल ग्रीस ये सारे लुब्रिकेंट ही हुंदे हन।
73 क्वेश्चन है विजुअली इंपेयर्ड पीपल कैन रीड एंड राइट यूजिंग बच्चे उन्हां ਲਈ ਕੀ ਹੈ ਬ੍ਰੇਲ ਭਗਤੀ मतलब कि ब्रेल सिस्टम ਹੁੰਦਾ है ਜਿਹਦੇ ਕਾਰਨ ਉਹ ਕੀ ਹੈ ਕਿਸੇ ਵੀ ਵਸਤੂ ਨੂੰ ਵਿਜ਼ੂਅਲੀ ਇੰਪੇਅਰਡ ਦਾ ਮਤਲਬ ਹੁੰਦਾ ਹੈ ਨੇਤਰਹੀਨ ਲੋਕ ਉਹ ਬੱਚੋ ਲਿਖਣ ਦੇ ਪੜ੍ਹਨ ਲਈ ਬ੍ਰੇਲ ਭਗਤੀ ਦੀ ਵਰਤੋਂ ਕਰਦੇ ਹਨ ਇਦਾਂ ਡਾਟ ਉੱਭਰੇ ਹੋਏ ਡਾਟ ਹੁੰਦੇ ਨੇ ਜਿਨ੍ਹਾਂ ਦੇ ਕਾਰਨ ਉਹ ਕੀ ਹੈ ਉਹ ਕਿਸੇ ਵੀ ਅੱਖਰ ਨੂੰ ਲਿਖ ਜਾਂ ਪੜ੍ਹ ਸਕਦੇ ਹਨ ਠੀਕ ਹੈ ਅਗਲਾ ਬੱਚੋ ਹੈਗਾ ਐਨ ਆਇਲ ਕੈਨ ਸੀ owl can see clearly at night but not daytime because ਇਹਦਾ ਕਾਰਨ ਕੀ ਹੁੰਦਾ ਬੱਚੋ ਉਹਨਾਂ ਦੇ ਵਿੱਚ ਰੋਡ ਸੈੱਲ ਦੀ ਗਿਣਤੀ ਜਿਹੜੀ ਹੈ ਉਹ ਕੋਨ ਸੈੱਲਾਂ ਦੇ ਮੁਕਾਬਲੇ ਕੀ ਹੈ ਜ਼ਿਆਦਾ ਹੁੰਦੀ ਹੈ ਠੀਕ ਹੈ ਜਿਸ ਕਾਰਨ ਉਹ ਵਿਦਿਆਰਥੀਓ ਦਿਨ ਦੇ ਟਾਈਮ ਦੇਖ ਨਹੀਂ ਸਕਦੇ ਪਰ ਰਾਤ ਦੇ ਟਾਈਮ ਤੇ ਉਹ ਕਲੀਅਰਲੀ ਦੇਖ ਸਕਦੇ ਹਨ ਲਾਸਟ ਕੁਐਸਚਨ ਹੈ ਬੱਚੇ ਟੂ ਮੇਕ ਅ ਕਲਾਈਡੋਸਕੋਪ ਬੱਚੋ ਕਲਾਈਡੋਸਕੋਪ ਨੂੰ ਬਣਾਉਣ ਲਈ ਇੱਥੇ ਬੱਚੋ ਆਪਾਂ ਥੋੜੀ ਜਿਹੀ ਮੋਡੀਫਿਕੇਸ਼ਨ ਕਰਦੇ ਹਾਂ ਵੀ ਰਿਕੁਆਇਰ ਮਿਨੀਮਮ ठीक है इसे मिनिमम लिख लो मतलब घट तो घट सानू समतल दर्पणां दी लोड़ पैंदी है बच्चों घट तो घट इहदे लई 3 चाहीदे हन ठीक है 3 समतल दर्पण जदों असीं यूज़ करदे हां ते असीं कलाइडोस्कोप बना सकदे हां ठीक है सो ये सीगे बच्चों सिक्ख्या विभाग द्वारा जारी किया गया पेपर उहदा सल्यूशन ते इन्हां नूं हुण तुसीं सारे बच्चों ने याद करना है ते अपनी अपनी कॉपी दे उपर लिखना हैगा थैंक यू।